ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬੱਚਿਓ, ਅੱਗੇ ਅਸੀਂ ਪੜ੍ਹਾਂਗੇ ਕਵਿਤਾ ਦੋਸਤਾ, ਜੋ ਕਿ ਪਿਆਰਾ ਸਿੰਘ ਸਹਿਰਾਈ ਦੁਆਰਾ ਲਿਖੀ ਗਈ ਕਵਿਤਾ ਹੈ। ਬੜੀ ਪਿਆਰੀ ਕਵਿਤਾ ਹੈ। ਇਹਦੇ ਵਿੱਚ ਕਵੀ ਸਾਨੂੰ ਸਾਰੇ ਮਨੁੱਖਾਂ ਨੂੰ ਦੋਸਤਾ ਕਹਿ ਕੇ ਸੰਬੋਧਨ ਕਰਦਾ ਅਤੇ ਇੱਕ ਚੰਗੇ ਦੋਸਤ ਵਾਂਗ ਸਾਨੂੰ ਸਭ ਨੂੰ ਸਾਡੇ ਅੰਦਰਲੀਆਂ ਸਿਰਜਣਾਤਮਕ ਸ਼ਕਤੀਆਂ ਦਾ ਅਹਿਸਾਸ ਕਰਵਾ ਕੇ ਉੱਚੀ ਮੰਜ਼ਿਲ ਵੱਲ ਵਧਣ ਲਈ ਵੀ ਪ੍ਰੇਰਿਤ ਕਰਦਾ। ਸੋ ਜ਼ਰੂਰ ਇਸ ਕਵਿਤਾ ਨੂੰ ਸੁਣ ਕੇ ਅੱਗੇ ਵੱਲ ਵਧਣ ਦੀ ਤੁਸੀਂ ਸੇਧ ਲੈਣੀ ਹੈ। ਪੜ੍ਹਦੇ ਹਾਂ ਕਵਿਤਾ ਅਤੇ ਜਾਣਦੇ ਹਾਂ ਕਿ ਲੇਖਕ ਸਾਨੂੰ ਕਿਸ ਤਰ੍ਹਾਂ ਪ੍ਰੇਰਿਤ ਕਰਦਾ। ਕੀ ਕਹਿੰਦਾ ਹੈ? ਜ਼ਿੰਦਗੀ ਨੂੰ ਭਰ ਹੁੰਗਾਰਾ ਦੋਸਤਾ, ਤੱਕ ਜੁਗਾਂ ਦਾ ਇਸ਼ਾਰਾ ਦੋਸਤਾ। ਹੁਣ ਇੱਥੇ ਕੀ ਕਹਿੰਦਾ ਹੈ? ਜ਼ਿੰਦਗੀ ਨੂੰ ਭਰ ਹੁੰਗਾਰਾ ਦੋਸਤਾ। ਹੁੰਗਾਰਾ ਕੀ ਹੁੰਦਾ? ਜਦੋਂ ਸਾਡੇ ਨਾਲ ਕੋਈ ਗੱਲਬਾਤ ਕਰਦਾ ਹੈ ਤਾਂ ਅਸੀਂ ਹਾਂ ਦੇ ਵਿੱਚ ਜਾਂ ਹੂੰ ਕਰਕੇ ਆਪਾਂ ਜਵਾਬ ਦਿੰਦੇ ਹਾਂ। ਸੋ ਇਸੇ ਤਰ੍ਹਾਂ ਕਵੀ ਦਾ ਕਹਿਣਾ ਹੈ ਕਿ ਜ਼ਿੰਦਗੀ ਵੀ ਸਾਡੇ ਨਾਲ ਬਹੁਤ ਸਾਰੀਆਂ ਗੱਲਾਂ ਕਰਦੀ ਹੈ, ਸਾਨੂੰ ਬਹੁਤ ਕੁਝ ਕਰਨ ਦੇ ਲਈ ਕਹਿੰਦੀ ਹੈ। ਉੱਥੇ ਜ਼ਰੂਰੀ ਹੈ ਕਿ ਅਸੀਂ ਉਹਨੂੰ ਹੁੰਗਾਰਾ ਭਰੀਏ ਕਿ ਹਾਂ, ਮੈਂ ਜ਼ਰੂਰ ਅੱਗੇ ਵਧੂੰਗਾ, ਮੈਂ ਜ਼ਰੂਰ ਆਹ ਕੰਮ ਕਰੂੰਗਾ। ਫਿਰ ਕੀ ਕਹਿੰਦਾ ਕਵੀ? ਕਹਿੰਦਾ ਤੱਕ ਜੁਗਾਂ ਦਾ ਇਸ਼ਾਰਾ ਦੋਸਤਾ। ਸੋ ਇਸ ਕਰਕੇ ਉਹ ਸਾਨੂੰ ਬਾਰ-ਬਾਰ ਦੋਸਤਾ ਕਹਿ ਕੇ ਪ੍ਰੇਰਿਤ ਕਰ ਰਿਹਾ ਕਿ ਜੁਗਾਂ ਭਾਵ ਸਮੇਂ ਦਾ ਇਸ਼ਾਰਾ ਸਮਝ, ਤੈਨੂੰ ਉਹ ਕਿੱਧਰ ਵੱਲ ਪ੍ਰੇਰ ਰਿਹਾ, ਕਿੱਧਰ ਜਾਣ ਦੇ ਲਈ ਕਹਿ ਰਿਹਾ। ਠੀਕ ਹੈ। ਸੋ ਅੱਗੇ ਕੀ ਕਹਿੰਦਾ? ਨਾਚ ਪੈਰਾਂ ਵਿੱਚ ਧੜਕੇ ਅੱਜ ਨਵਾਂ, ਅੰਗਾਂ ਵਿੱਚ ਕੋਈ ਹੁਲਾਰਾ ਦੋਸਤਾ। ਹੁਣ ਇੱਥੇ ਕਵੀ ਕਿਹੜੇ ਨਾਚ ਦੀ ਗੱਲ ਕਰ ਰਿਹਾ? ਜ਼ਿੰਦਗੀ ਵਿੱਚ ਕੁਝ ਨਵਾਂ ਕਰਨ ਦਾ ਨਾਚ, ਕੁਝ ਪੁਰਾਣਾ ਜੋ ਵਧੀਆ ਨਹੀਂ ਹੈ, ਜਿਹਦੀ ਲੋੜ ਨਹੀਂ ਹੈ, ਉਹਨੂੰ ਬਦਲਣ ਦਾ ਨਾਚ, ਜਾਂ ਕਿਸੇ ਕੁਰੀਤੀ ਦੇ ਵਿਰੁੱਧ ਆਵਾਜ਼ ਚੱਕਣ ਦਾ ਨਾਚ ਹੋ ਸਕਦਾ ਹੈ। ਇਸੇ ਤਰ੍ਹਾਂ ਉਸ ਨਾਚ ਨੂੰ ਜਾਂ ਉਸ ਕੰਮ ਨੂੰ ਪੂਰਾ ਕਰਨ ਦੇ ਲਈ ਸਾਡੇ ਸਾਰੇ ਅੰਗਾਂ ਦੇ ਵਿੱਚ ਇੱਕ ਹੁਲਾਰਾ ਹੋਣਾ ਚਾਹੀਦਾ, ਇੱਕ ਚਾਅ ਹੋਣਾ ਚਾਹੀਦਾ, ਇੱਕ ਉਤਸ਼ਾਹ ਹੋਣਾ ਚਾਹੀਦਾ, ਤਾਂ ਕਿ ਅਸੀਂ ਉਸ ਕੰਮ ਨੂੰ ਨੇਪਰੇ ਚਾੜ੍ਹ ਸਕੀਏ। ਅੱਗੇ ਕੀ ਲਿਖਦਾ ਹੈ ਕਵੀ? ਕਹਿੰਦਾ 2 ਕਦਮ ਦੀ ਬਿੱਥ 'ਤੇ ਮੰਜ਼ਿਲ ਤੇਰੀ, ਤੁਰ ਜ਼ਰਾ ਹੋ ਕੇ ਕਰਾਰਾ ਦੋਸਤਾ। ਸੋ ਇੱਥੇ ਕਵੀ ਫੇਰ ਕਹਿੰਦਾ ਤੂੰ ਜਿਹੜੀ ਮਨ ਚਾਹੀ ਮੰਜ਼ਿਲ 'ਤੇ ਚਾਹਵੇਂ ਉੱਥੇ ਪਹੁੰਚ ਸਕਦਾ ਹੈ, ਕਿਉਂਕਿ ਬਹੁਤਾ ਫਾਸਲਾ ਨਹੀਂ ਹੈ, ਬਹੁਤ ਦੂਰ ਨਹੀਂ ਹੈ ਉਹ ਮੰਜ਼ਿਲ ਤੇਰੀ, ਸਿਰਫ 2 ਕਦਮ ਦੀ ਬਿੱਥ ਦੇ ਉੱਤੇ ਹੀ ਹੈ ਉਹ। ਕਹਿੰਦਾ ਬਸ ਸ਼ਰਤ ਇਹ ਹੈ ਕਿ ਤੂੰ ਉੱਥੇ ਪਹੁੰਚਣ ਦੇ ਲਈ ਥੋੜ੍ਹਾ ਕਰਾਰਾ ਹੋ ਕੇ ਤੁਰ, ਮਤਲਬ ਜ਼ੋਰ ਮਾਰ, ਉਤਸ਼ਾਹਿਤ ਮਨ ਦੇ ਨਾਲ ਉਸ ਮੰਜ਼ਿਲ ਦੇ ਵੱਲ ਵੱਧ, ਤਾਂ ਤੈਨੂੰ ਕੋਈ ਵੀ ਰੋਕਣ ਵਾਲਾ ਨਹੀਂ ਹੈ। ਕਹਿੰਦਾ ਢਾਰਿਆਂ 'ਚ ਉੱਠ ਹੰਬੜਾ ਮਾਰ ਕੇ ਪਕੜ ਲੈ ਉੱਚਾ ਮੁਨਾਰਾ ਦੋਸਤਾ। ਸੋ ਕਹਿੰਦਾ ਢਾਰੇ ਕੀ ਹੁੰਦੇ ਆ? ਢੱਠੇ ਹੋਏ ਮੁਨਾਰੇ, ਢੱਠੇ ਹੋਏ ਕੋਠੇ। ਕਹਿੰਦਾ ਇੱਥੋਂ ਉੱਠ, ਹੰਬੜਾ ਮਾਰ। ਹੰਬੜਾ ਤਾਂ ਸਾਨੂੰ ਮਾਰਨਾ ਹੀ ਪਏਗਾ ਜੇਕਰ ਅਸੀਂ ਗਰੀਬੀ ਨੂੰ ਖਤਮ ਕਰਨਾ ਹੋਵੇ ਜਾਂ ਕੁਛ ਨਵਾਂ ਪ੍ਰਾਪਤ ਕਰਨਾ ਹੋਵੇ, ਕਿਸੇ ਮੰਜ਼ਿਲ 'ਤੇ ਪਹੁੰਚਣਾ ਤੱਕਿਆ ਹੋਵੇ। ਸੋ ਇਹਨਾਂ ਢਾਰਿਆਂ ਦੇ ਵਿੱਚੋਂ ਕਹਿੰਦਾ ਉੱਠ, ਹੰਬੜਾ ਮਾਰ, ਪਕੜ ਲੈ ਉੱਚਾ ਮੁਨਾਰਾ ਦੋਸਤਾ। ਸੋ ਉੱਚੇ ਉੱਚੇ ਮੁਨਾਰਿਆਂ ਤੱਕ ਪਹੁੰਚਣਾ ਵੀ ਕੋਈ ਔਖਾ ਨਹੀਂ ਹੈ, ਬਸ ਉੱਥੇ ਜਾਣ ਦੇ ਲਈ ਤੁਹਾਨੂੰ ਇੱਕ ਹੰਬੜਾ ਮਾਰਨਾ ਪਏਗਾ। ਅੱਗੇ ਕੀ ਕਵੀ ਕਹਿੰਦਾ? ਧੌਣ ਚੁੱਕ ਕੇ ਵੇਖ ਕਰਦਾ ਸੈਨ ਤਾਂ ਤੇਰੀ ਹੋਣੀ ਦਾ ਸਿਤਾਰਾ ਦੋਸਤਾ। ਸੋ ਇੱਥੇ ਕਵੀ ਕਹਿੰਦਾ ਹੈ ਕਿ ਇਨਸਾਨ ਨੂੰ, ਮਨੁੱਖ ਨੂੰ ਨਿਰਾਸ਼ ਹੋਣ ਦੀ ਕੋਈ ਜ਼ਰੂਰਤ ਨਹੀਂ ਹੈ। ਜਿਵੇਂ ਅਸੀਂ ਮਾੜੀ ਜਿਹੀ ਵੀ ਕੋਈ ਘਟਨਾ ਜੀਵਨ ਦੇ ਵਿੱਚ ਹੁੰਦੀ ਹੈ ਤਾਂ ਆਪਾਂ ਨਿਰਾਸ਼ ਹੋ ਜਾਂਦੇ ਹਾਂ, ਉਦਾਸ ਹੋ ਜਾਂਦੇ ਹਾਂ, ਧੌਣ ਸੁੱਟ ਕੇ ਸਿਰ ਥੱਲੇ ਨੂੰ ਨੀਵਾਂ ਕਰਕੇ ਬੈਠ ਜਾਂਦੇ ਹਾਂ। ਕਹਿੰਦਾ ਇਸ ਤਰ੍ਹਾਂ ਬੈਠਣ ਦੀ ਜ਼ਰੂਰਤ ਨਹੀਂ ਹੈ। ਮਾੜਾ ਜੀ ਆਪਣੀ ਧੌਣ ਉੱਪਰ ਨੂੰ ਕਰਕੇ ਦੇਖੋ, ਤੁਹਾਨੂੰ ਤੁਹਾਡੀ ਕਿਸਮਤ, ਹੋਣੀ ਕੀ ਹੁੰਦੀ ਹੈ? ਕਿਸਮਤ ਦਾ ਸਿਤਾਰਾ ਸੈਨ ਤਾਂ ਕਰ ਰਿਹਾ। ਸੈਨ ਤਾਂ ਕੀ ਹੁੰਦਾ? ਇਸ਼ਾਰਾ ਕਰ ਰਿਹਾ। ਕੀ ਇਸ਼ਾਰੇ ਕਰਦਾ? ਗਗਨ ਮੱਲੇ ਇਸ ਨੇ ਅੱਜ ਇਸ ਤਰ੍ਹਾਂ ਫਿੱਕਾ ਪਿਆ ਹਰ ਇੱਕ ਤਾਰਾ ਦੋਸਤਾ। ਕਿ ਤੇਰੀ ਕਿਸਮਤ ਦੇ ਸਿਤਾਰੇ ਨੇ ਤਾਂ ਇਹ ਵੱਡਾ ਸਾਰਾ ਗਗਨ ਜਿਹੜਾ ਉਹ ਵੀ ਘੇਰ ਲਿਆ, ਉਹਦੇ ਸਾਹਮਣੇ ਤਾਂ ਸਾਰੇ ਹੀ ਬਾਕੀ ਤਾਰੇ ਫਿੱਕੇ ਪੈ ਗਏ ਆ। ਸੋ ਇੱਕ ਵਾਰ ਬੰਦੇ ਨੂੰ ਜ਼ਰੂਰ ਜ਼ਿੰਦਗੀ ਦੇ ਵਿੱਚ ਉੱਠਣਾ ਚਾਹੀਦਾ ਹੈ, ਆਪਣੀ ਉਦਾਸੀ ਦੇ ਵਿੱਚੋਂ ਨਿਕਲ ਕੇ ਕਦਮ ਅੱਗੇ ਵੱਲ ਪੁੱਟਣੇ ਚਾਹੀਦੇ ਆ। ਕੀ ਕਹਿੰਦਾ? ਨਗਮਾ ਕਿਹੜਾ ਛਿੜਿਆ ਅੱਜ ਦਿਲ ਸਾਜ਼ 'ਤੇ, ਗੂੰਜਦਾ ਕਿਹੜਾ ਜੈਕਾਰਾ ਦੋਸਤਾ। ਨਗਮਾ ਕੀ ਹੁੰਦਾ ਹੈ? ਗੀਤ। ਸੋ ਉਹ ਮਨੁੱਖ ਨੂੰ ਕਹਿੰਦਾ ਹੈ ਕਿ ਤੇਰੇ ਦਿਲ ਦੇ ਸਾਜ਼ ਦੇ ਉੱਤੇ ਕਿਹੜਾ ਨਗਮਾ ਭਾਵ ਕਿਹੜਾ ਗੀਤ ਗੂੰਜ ਰਿਹਾ ਹੈ, ਤੂੰ ਉਹਨੂੰ ਸੁਣ। ਅਤੇ ਦੂਸਰਾ, ਆਪਣੇ ਦਿਲ ਦੇ ਵਿੱਚ ਉੱਠ ਰਹੇ ਜੈਕਾਰੇ ਨੂੰ ਵੀ ਸੁਣ, ਕਿਉਂਕਿ ਜੈਕਾਰਾ ਸਾਨੂੰ ਉਤਸ਼ਾਹਿਤ ਕਰਦਾ, ਅੱਗੇ ਵੱਲ ਜਾਣ ਦੇ ਲਈ ਪ੍ਰੇਰਦਾ ਹੈ ਉਹ। ਸੀਮਾ ਨਹੀਂ ਉਹ ਤੇਰੀ ਕੋਈ ਆਖਰੀ, ਹੋਣ ਵਾਲਾ ਇਹ ਨਿਤਾਰਾ ਦੋਸਤਾ। ਨਿਤਾਰਾ ਕੀ ਹੁੰਦਾ ਹੈ? ਫੈਸਲਾ। ਕਿਸ ਚੀਜ਼ ਦਾ ਫੈਸਲਾ ਹੋਣ ਵਾਲਾ ਹੈ? ਕਿ ਤੇਰੀ ਅੱਗੇ ਵਧਣ ਦੀ ਕੋਈ ਸੀਮਾ ਨਹੀਂ ਹੈ। ਸੀਮਾ ਕੀ ਹੁੰਦੀ ਹੈ? ਹੱਦ। ਸੋ ਅੱਗੇ ਵਧਣ ਦੀ ਕੋਈ ਹੱਦ ਨਹੀਂ ਹੈ। ਜਿੰਨਾ ਇਨਸਾਨ ਚਾਹਵੇ, ਜਿੰਨਾ ਉਹ ਹੰਬੜਾ ਮਾਰੇ, ਜਿੱਥੇ ਉਹ ਪਹੁੰਚਣਾ ਚਾਹਵੇ ਉਹ ਪਹੁੰਚ ਸਕਦਾ ਹੈ। ਰਚਨਾ ਤੇਰੀ, ਤੇਰੀ ਸਾਰੀ ਸਿਰਜਣਾ,
तेरा ही सगला पसारा दोस्ता। सो कहंदा ये जिन्नी भी रचना इस संसार दे विच जो भी बनया जो भी सिरजिया गया है वो सारा कुछ तेरे द्वारा ही सिरजिया गया है। कहंदा किरत दी कुखों ही सब कुछ जम्मिया। सो ये जिहड़ा सारा सगला पसारा संसार दे विच सिरजना होई है ये किवें होई है? सारा कुछ किरत दे विचों भाव काम दे विचों उपजिया। जेकर इंसान काम ना करदा तां अज जिथे वो बैठा है अज जिन्नियां उहदे कोल सहूलतां है वो सारियां उहदे कोल ना हुंदियां। अज इंसान ने वड्डियां वड्डियां बिल्डिंगां खड़ियां कर लईआं, जहाज़ उड़ा लए है, या फिर आपां अलग अलग ग्रहां ते पहुंचण दी गल करदे हां। समुंदर तक दी गहराई नूं आपां देख लिया, उत्थे भी बहुत कुछ लभ लिया। ये सारा कुछ किरत करके ही होया। कहंदा होर रच अज एक नज़ारा दोस्ता। कहंदा हले बहुत कुछ बाकी है। कहंदा इस करके तू होर हंबड़ा मार, होर इहो जिहियां रचनावां कर, होर इहो ਜਿਹੇ नज़ारे ਜਿਹੜੇ ਆ ਉਹ ਦੁਨੀਆ ਦੇ ਸਾਹਮਣੇ ਰੱਖ। ਧਾ ਕੇ ਪਾ ਲੈ ਭਵਿੱਖ ਨੂੰ ਗਲਵੱਕੜੀ। ਕਹਿੰਦਾ ਤੂੰ ਦੌੜ, ਹੋਰ ਰੇਸ ਲਗਾ। ਕਹਿੰਦਾ ਹੋਰ ਹੰਬੜਾ ਮਾਰ, ਹੋਰ ਉਤਸ਼ਾਹਿਤ ਹੋ। ਸਕਾਰਾਤਮਕ ਸੋਚ ਦੇ ਨਾਲ ਕਹਿੰਦਾ ਤੂੰ ਇਸ ਭਵਿੱਖ ਨੂੰ, ਉਜਵਲ ਭਵਿੱਖ ਨੂੰ ਗਲਵੱਕੜੀ ਪਾ ਲੈ। ਗਲਵੱਕੜੀ ਕੀ ਹੁੰਦੀ ਆ? ਬਾਹਾਂ, ਗਲ ਦੇ ਵਿੱਚ ਬਾਹਾਂ ਪਾਣੀਆਂ। ਚੁੰਮ ਲੈ ਤੂੰ ਮੂੰਹ ਪਿਆਰਾ ਦੋਸਤਾ। ਸੋ ਕਿਹਦਾ ਮੂੰਹ ਚੁੰਮਣ ਦੇ ਲਈ ਕਵੀ ਸਾਨੂੰ ਇਨਸਾਨਾਂ ਨੂੰ ਕਹਿ ਰਿਹਾ ਹੈ, ਸਾਨੂੰ ਮਨੁੱਖਾਂ ਨੂੰ ਕਹਿ ਰਿਹਾ ਹੈ। ਉਜਵਲ ਭਵਿੱਖ ਦਾ ਮੂੰਹ ਚੁੰਮਣ ਦੇ ਲਈ ਕਹਿ ਰਿਹਾ ਹੈ, ਹੰਬੜਾ ਮਾਰਨ ਦੇ ਲਈ ਕਹਿ ਰਿਹਾ ਹੈ। ਆਪਣੀਆਂ ਸਿਰਜਣਾਤਮਕ ਸ਼ਕਤੀਆਂ ਨੂੰ ਪਹਿਚਾਣ ਕੇ ਅਤੇ ਅੱਗੇ ਵਧਣ ਦੇ ਲਈ ਉਹ ਇਸ਼ਾਰਾ ਕਰ ਰਿਹਾ ਹੈ। ਸੋ ਕੇਂਦਰੀ ਭਾਵ ਕੀ ਹੈ? ਮਨੁੱਖ ਕਿਰਤ ਦੀਆਂ ਅਥਾਹ ਸਿਰਜਣਾਤਮਕ ਸ਼ਕਤੀਆਂ ਦਾ ਮਾਲਕ ਹੈ ਅਤੇ ਉਹ ਹੋਰ ਅੱਗੇ ਵੱਧ ਕੇ ਰਚਨਾ ਦਾ ਨਵਾਂ ਸੰਸਾਰ ਸਿਰਜ ਸਕਦਾ ਹੈ। ਇਸ ਲਈ ਉਸਨੂੰ ਹੋਰ ਉਤਸ਼ਾਹ ਅਤੇ ਜ਼ੋਰ ਨਾਲ ਅੱਗੇ ਵੱਧਦੇ ਜਾਣਾ ਚਾਹੀਦਾ ਹੈ। ਉਸ ਦਾ ਭਵਿੱਖ ਉਸ ਲਈ ਜਗਮਗਾ ਰਿਹਾ ਹੈ। ਉਸਨੂੰ ਅੱਗੇ ਵੱਧ ਕੇ ਉਸ ਦਾ ਪਿਆਰਾ ਮੂੰਹ ਚੁੰਮ ਲੈਣਾ ਚਾਹੀਦਾ ਹੈ। ਅੱਗੇ ਵਸਤੂਨਿਸ਼ਟ ਪ੍ਰਸ਼ਨ ਹੈ। ਪਹਿਲਾ ਪ੍ਰਸ਼ਨ ਹੈ, ਦੋਸਤਾ ਕਵਿਤਾ ਦਾ ਕਵੀ ਕੌਣ ਹੈ? ਉੱਤਰ ਪਿਆਰਾ ਸਿੰਘ ਸਹਿਰਾਈ। ਅਗਲਾ ਪ੍ਰਸ਼ਨ, ਪਿਆਰਾ ਸਿੰਘ ਸਹਿਰਾਈ ਦੀ ਲਿਖੀ ਹੋਈ ਕਵਿਤਾ ਕਿਹੜੀ ਹੈ? ਜਾਂ ਤੁਹਾਡੀ ਪਾਠ ਪੁਸਤਕ ਵਿੱਚ ਸ਼ਾਮਲ ਪਿਆਰਾ ਸਿੰਘ ਸਹਿਰਾਈ ਦੀ ਕਵਿਤਾ ਦਾ ਸਿਰਲੇਖ ਦੱਸੋ। ਕੀ ਸਿਰਲੇਖ ਹੈ? ਦੋਸਤਾ। ਤੀਸਰਾ ਪ੍ਰਸ਼ਨ ਹੈ, ਕਵਿਤਾ ਦੋਸਤਾ ਦਾ ਨਵਾਂ ਨਾਚ ਸਰੀਰ ਦੇ ਕਿਸ ਅੰਗ ਵਿੱਚ ਧੜਕਦਾ ਹੈ? ਪੈਰਾਂ ਵਿੱਚ। ਅਗਲਾ ਪ੍ਰਸ਼ਨ, ਕਵਿਤਾ ਦੋਸਤਾ ਵਿੱਚ ਕਵੀ ਨੂੰ ਮਨੁੱਖ ਦੀ ਮੰਜ਼ਿਲ ਕਿੰਨੀ ਕੁ ਵਿੱਥ 'ਤੇ ਨਜ਼ਰ ਆਉਂਦੀ ਹੈ? 2 ਕਦਮਾਂ ਦੀ ਵਿੱਥ 'ਤੇ। ਢਾਰਿਆਂ 'ਚੋਂ ਉੱਠ ਹੰਬੜਾ ਮਾਰ ਕੇ ਪਕੜ ਲੈ ਉੱਚਾ ਡੈਸ਼ ਦੋਸਤਾ। ਡੈਸ਼ ਦੇ ਵਿੱਚ ਆਪਾਂ ਕੀ ਭਰਾਂਗੇ? ਮੁਨਾਰਾ। ਅੱਗੇ ਹੈ 6ਵਾਂ ਪ੍ਰਸ਼ਨ, ਪਿਆਰਾ ਸਿੰਘ ਸਹਿਰਾਈ ਦੀ ਕਵਿਤਾ ਦੋਸਤਾ ਅਨੁਸਾਰ ਮਨੁੱਖੀ ਹੋਣੀ ਦਾ ਸਿਤਾਰਾ ਧੌਣ ਚੁੱਕ ਕੇ ਸੈਨਤਾ ਕਰਦਾ ਹੈ। ਇਹ ਕਥਨ ਸਹੀ ਹੈ ਜਾਂ ਗਲਤ? ਸਹੀ। ਆਖਰੀ ਪ੍ਰਸ਼ਨ, ਪਿਆਰਾ ਸਿੰਘ ਸਹਿਰਾਈ ਦੀ ਕਵਿਤਾ ਦੋਸਤਾ ਦੀ ਮੂਲ ਸੁਰ ਹੈ ਕਿਹੜੀ ਸੁਰ ਹੈ? ਉਪਦੇਸ਼ਾਤਮਕ, ਕਿਉਂਕਿ ਉਹ ਸਾਨੂੰ ਉਪਦੇਸ਼ ਦੇ ਰਿਹਾ ਕਿ ਆਹ ਸਾਨੂੰ ਕਰਨਾ ਚਾਹੀਦਾ।